ਲਾਈਵ ਹੋਣ ਲੱਗਿਆ। ਕੋਈ ਪਰਿਵਾਰਕ ਹੈਲਥ ਐਮਰਜੈਂਸੀ ਕਰਕੇ ਕਾਫੀ ਦਿਨ ਰੁਝੇਵਾਂ ਸੀ, ਇਸ ਕਰਕੇ ਲਾਈਵ ਨਹੀਂ ਹੋ ਸਕਿਆ। ਅੱਜ ਜਿਹੜਾ ਮੁੱਦਾ ਤੇ ਮੌਕਾ ਹੈ ਲਾਈਵ ਹੋਣ ਦਾ, ਉਹ ਬਹੁਤ ਕਾਫੀ ਗਰਮਾ ਗਰਮ ਖਬਰ ਹੈ, ਗਰਮਾ ਗਰਮ ਮਸਲਾ ਹੈ ਕਿ ਨਵਜੋਤ ਸਿੱਧੂ ਨੇ ਅੱਜ ਫੇਰ ਸਿੱਧਾ ਹਮਲਾ ਕੀਤਾ ਹੈ ਚੰਨੀ ਸਰਕਾਰ ਤੇ, ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀਆਂ ਤੇ, ਉਹਨਾਂ ਦੀ ਕੈਬਨਿਟ ਤੇ ਇਹ ਸਵਾਲ ਉਠਾਏ ਨੇ ਉਹਨਾਂ ਦੀ ਕਾਰਗੁਜ਼ਾਰੀ ਤੇ ਨਾਲ ਹੀ ਆਪਣੇ ਅਸਤੀਫੇ ਬਾਰੇ ਤੇ ਜਿਹੜੀਆਂ ਅਪੁਆਇੰਟਮੈਂਟਸ ਹੋਈਆਂ ਸਰਕਾਰ 'ਚ ਉਹਨਾਂ ਬਾਰੇ ਆਪਣਾ ਵਿਊ ਪੁਆਇੰਟ ਤੇ ਉਹ ਕੀ ਸੋਚਦੇ ਨੇ, ਕੀ ਕਰਨਗੇ, ਇਹ ਦੱਸਿਆ। ਤੇ ਇਸ ਮਸਲੇ ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਕਿ ਨਵਜੋਤ ਸਿੱਧੂ ਨੇ ਅੱਜ ਜਿਹੜਾ ਸਿੱਧਾ ਹਮਲਾ ਸ਼ੁਰੂ ਕੀਤਾ ਹੈ ਚੰਨੀ ਸਰਕਾਰ ਤੇ, ਉਹਦਾ ਮਤਲਬ ਕੀ ਹੈ, ਉਹਨਾਂ ਦਾ ਅਰਥ ਕੀ ਹੈ, ਉਹ ਇਸ ਦਾ ਨਤੀਜਾ ਕੀ ਹੋਏਗਾ, ਐਕਸ਼ਨ ਰਿਐਕਸ਼ਨ ਕੀ ਹੋਏਗਾ, ਤੇ ਅਗਲੇ ਦਿਨਾਂ ਵਿੱਚ ਇਹ ਕਾਂਗਰਸ ਦਾ ਕਾਂਗਰਸ ਪਾਰਟੀ ਤੇ ਸਰਕਾਰ ਦਾ ਜਿਹੜੇ ਹਾਲ ਕੀ ਹੋਏਗਾ, ਫਿਊਚਰ ਕੀ ਹੋਏਗਾ, ਇਹਦੇ ਕੀ ਅਸਰ ਪਏਗਾ, ਇਹ ਚਰਚਾ ਕਰਨੀ ਜ਼ਰੂਰੀ ਹੈ। ਨਵਜੋਤ ਸਿੱਧੂ ਨੇ ਵੈਸੇ ਪਹਿਲਾਂ ਵੀ ਇਹ ਗੱਲ ਜਿਹੜੇ ਮਸਲੇ ਮੁੱਦੇ ਉਠਾਏ ਨੇ, ਪਰ ਅੱਜ ਜੋ ਉਹਨਾਂ ਨੇ 2-3 ਗੱਲਾਂ ਜਿਹੜੀਆਂ ਕੀਤੀਆਂ ਬਹੁਤ ਇੰਪੋਰਟੈਂਟ ਕੀਤੀਆਂ ਕਿ ਪਹਿਲੀ ਗੱਲ ਕਿ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਸੀ, ਤੇ ਉਹ ਦੱਸਿਆ ਕਿ ਕਿਹੜੇ ਜਿਹੜੇ DGP ਤੇ ਐਡਵੋਕੇਟ ਜਨਰਲ ਦੇ ਮਸਲੇ ਤੇ ਉਹਨਾਂ ਤੇ ਅਸਤੀਫਾ ਦਿੱਤਾ ਸੀ ਤੇ ਵਾਪਸ ਲੈ ਲਿਆ। ਹੁਣ ਉਹ ਲਿਆ ਵਾਪਸ ਹਾਈ ਕਮਾਂਡ ਦੇ ਕਹਿਣ ਤੇ, ਪਰ ਵਾਪਸ ਅਸਤੀਫਾ ਲੈ ਲਿਆ, ਪਰ ਅਜੇ ਜੁਆਇਨ ਨਹੀਂ ਕਰੂੰਗਾ। ਜੁਆਇਨ ਉਦੋਂ ਕਰੂੰਗਾ ਜਦੋਂ ਨਵਾਂ AG ਲੱਗ ਜਾਏਗਾ ਤੇ DGP ਜਿਹੜਾ ਹੈ ਉਹ ਨਵਾਂ ਆ ਜਾਏਗਾ, ਪੈਨਲ ਆ ਜਾਏਗਾ। ਕਾਂਗਰਸ ਪਾਰਟੀ ਦਾ ਕੰਮ ਉਦੋਂ ਕਰਾਂਗਾ ਮੈਂ ਸ਼ੁਰੂ। ਇੱਕ ਤਾਂ ਇਹ ਗੱਲ ਕਹੀ ਹੈ। ਦੂਜੀ, ਉਹਨਾਂ ਨੇ ਸਭ ਤੋਂ ਵੱਡਾ ਸਵਾਲ ਉਠਾਇਆ ਹੈ ਕਿ ਇਸ 40 ਦਿਨਾਂ ਦੇ ਵਿੱਚ ਚੰਨੀ ਸਰਕਾਰ ਨੇ ਕੀਤਾ ਕੀ ਹੈ, ਕਿ ਜਿਹੜੇ ਮੁੱਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਕੀਤੀ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ 'ਚ ਖੜਾ ਕੀਤਾ ਸੀ, ਉਹਨਾਂ ਮੁੱਦਿਆਂ ਤੇ ਚੰਨੀ ਸਰਕਾਰ ਨੇ ਕੀ ਕੀਤਾ ਹੈ। ਉਹਨਾਂ ਦਾ ਕਹਿਣ ਤੋਂ ਬਾਅਦ ਵੀ ਕੁਝ ਨਹੀਂ ਕੀਤਾ। ਉਹ ਮੁੱਦੇ ਬੇਅਦਬੀ, ਬਰਗਾੜੀ ਬੇਅਦਬੀ ਤੇ ਉਸ ਨਾਲ ਸੰਬੰਧਿਤ ਜਿਹੜੀਆਂ ਕੋਟਕਪੂਰਾ ਬਾਈਬਲ ਫਾਇਰਿੰਗ ਤੇ ਉਸ ਨਾਲ ਸੰਬੰਧਿਤ ਜਿਹੜੀ ਜਾਂਚ ਸੀ, ਉਸ ਮਸਲੇ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ, ਤੇ ਉਹਨਾਂ ਨੇ ਇਹ ਇੰਪ੍ਰੈਸ਼ਨ ਦਿੱਤਾ ਕਿ ਕੁਛ ਨਹੀਂ ਕੀਤਾ। ਤੇ ਨਾਲ ਹੀ ਡਰੱਗ ਦੀ ਜਿਹੜੀ ਰਿਪੋਰਟ ਸੀ, ਡਰੱਗ ਮਾਮਲੇ ਦੀ, ਉਸ ਨੂੰ ਖਿਲਾਉਣ ਵਾਸਤੇ, ਉਸ ਨੂੰ ਨਸ਼ਰ ਕਰਨ ਵਾਸਤੇ, ਉਹਨੂੰ ਜੱਗ ਜ਼ਾਹਰ ਕਰਨ ਵਾਸਤੇ ਕੁਛ ਨਹੀਂ ਕੀਤਾ। ਉਹਨਾਂ ਨੇ ਇਹ ਸਵਾਲ ਕੀਤਾ ਕਿ ਕਿਹੜੀ ਕੋਰਟ ਨੇ, ਕਿਹੜੀ ਅਦਾਲਤ ਨੇ ਰੋਕਿਆ ਕਿ ਉਹ ਰਿਪੋਰਟ ਨਸ਼ਰ ਨਾ ਕੀਤੀ ਜਾਵੇ। ਸੋ ਉਹਨਾਂ ਨੇ ਸਿੱਧਾ ਜ਼ਿੰਮੇਵਾਰ ਠਹਿਰਾਇਆ ਇੱਕ ਤਰ੍ਹਾਂ ਦੇ ਮੁੱਖ ਮੰਤਰੀ ਸਰਕਾਰ ਨੂੰ ਕਿ ਜਿਹੜੇ ਮੁੱਦੇ ਉਹਨਾਂ ਨੇ ਚੁੱਕੇ ਤੇ ਜਿਹੜੇ ਮੁੱਦਿਆਂ ਤੇ ਸਰਕਾਰ ਬਣੀ, ਜਿਹੜੇ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਹੋਈ ਸੀ, ਉਹਨਾਂ ਮੁੱਦਿਆਂ ਤੇ ਇਸ ਸਰਕਾਰ ਨੇ ਟੇਢੇ ਢੰਗ ਨਾਲ ਜਾਂ ਸਿੱਧੇ ਢੰਗ ਨਾਲ ਉਹਨੇ ਕਿਹਾ ਵੀ ਇਹਨੇ ਕੁਛ ਨਹੀਂ ਕੀਤਾ। ਤੇ ਜਿਹੜੇ DGP ਤੇ AG ਲਾਏ ਸੀ, ਉਹ ਉਹੀ ਸ਼ਖਸ ਸੀਗੇ ਜਿਹੜੇ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਖੁਦ ਉਹਨਾਂ ਦੇ ਪਰਦੇ ਢੱਕਣ ਵਾਲੇ ਸੀ ਜਾਂ ਦੋਸ਼ੀ ਸੀ। ਜਿਹੜੇ ਦੋਸ਼ੀ ਸੀਗੇ, ਜਿਹੜੇ ਉਸ ਵੇਲੇ ਦੇ, ਜਿਨ੍ਹਾਂ ਨੇ ਉਹਨਾਂ ਦਾ ਸਿੱਧਾ ਨਾਂ ਕਿਸੇ ਦਾ ਨਹੀਂ ਲਿਆ, ਪਰ ਜਿਹੜੇ ਕੋਟਕਪੂਰਾ ਤੇ ਬਾਈਬਲ ਤੇ ਜਿਹੜੇ ਉਸ ਕਾਂਡ ਦੇ ਦੋਸ਼ੀ ਸੀ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਲੇ ਜਾਂ ਬਚਾਉਣ ਵਾਲੇ ਜਿਹੜੇ ਸੀਗੇ, ਜਿਹਦੇ ਸਮੇਤ ਸੈਣੀ ਦਾ ਜ਼ਿਕਰ ਉਹਨੇ ਕੀਤਾ, ਉਹਨਾਂ ਨੂੰ ਇਸ ਸਰਕਾਰ ਨੇ ਦੋਵੇਂ ਮੁੱਖ ਅਹੁਦੇ ਦਿੱਤੇ ਤੇ ਜਿਹਦੇ ਕਰਕੇ ਉਹ ਉਹ ਇਸ ਗੱਲ ਤੇ ਅਸਤੀਫਾ ਦਿੱਤਾ। ਉਹਨਾਂ ਨੇ ਇਸ ਮੁੱਦਾ ਉਠਾਇਆ, ਉਹਨਾਂ ਨੇ ਦਾਅਵਾ ਕੀਤਾ ਕਿ ਬਾਰ-ਬਾਰ ਉਠਾਉਂਦੇ ਰਹੇ, ਪਰ ਉਹ ਹਰ ਵਾਰੀ ਉਹਨਾਂ ਨੂੰ ਲਟਕਾਇਆ ਜਾਂਦਾ ਰਿਹਾ। ਉਹਨਾਂ ਦਾ ਸਿੱਧਾ ਤਾਂ ਨਹੀਂ ਨਾਂ ਲਿਆ, ਪਰ ਕਿਹਾ ਇਹਦਾ ਮਤਲਬ ਇਹ ਸੀ ਕਿ CM ਵੱਲੋਂ ਉਹਨਾਂ ਨੂੰ ਲਟਕਾਇਆ ਜਾਂਦਾ ਰਿਹਾ। ਤੇ ਇਹ ਇਸ ਕਰਕੇ ਮੇਰਾ
ਨਿੱਜੀ ਮਾਮਲਾ ਨਹੀਂ, ਇਹ ਸਾਡੀ ਕਾਂਗਰਸ ਪਾਰਟੀ ਦਾ ਤੇ ਸਾਡੇ ਜਿਹੜੇ ਹਾਈ ਕਮਾਂਡ ਦਾ ਤੇ ਉਹਨਾਂ ਦੇ 5 ਜਿਹੜੇ ਮਿੱਥੇ ਸੀ ਪੁਆਇੰਟ ਉਹਦੇ ਵਿੱਚ ਸ਼ਾਮਲ ਸੀ ਇਹ। ਸੋ ਮੇਰਾ ਨਿੱਜੀ ਉਹਨਾਂ ਦਾ ਕਹਿਣ ਦਾ ਭਾਵੇਂ ਮੇਰੀ ਇੱਗੋ ਨਹੀਂ ਹੈ, ਉਹਨਾਂ ਦਾ ਦਾਅਵਾ ਇਹ ਕੀਤਾ ਤੇ ਇਹ ਅਸੀਂ ਲੋਕਾਂ ਦੇ ਵਿੱਚ ਤਾਂ ਜਾਣ ਵਾਸਤੇ ਮੂੰਹ ਦਿਖਾਵਾਂਗੇ, ਜਾ ਸਕਾਂਗੇ ਜੇਕਰ ਇਹ ਮੁੱਦਿਆਂ ਤੇ ਜੇ ਕੋਲ ਹਟਾ ਦਿੱਤੇ ਗਏ ਤੇ ਉਹਨਾਂ ਦੇ ਕਾਰਵਾਈ ਹੋਈ ਮੁੱਦਿਆਂ ਤੇ। ਇਹ ਉਹਨਾਂ ਦਾ ਨਟਸ਼ਲ ਚ ਇਹ ਕਹਿਣਾ ਸੀ। ਤੇ ਨਾਲ ਹੀ ਇਸ ਤਰ੍ਹਾਂ ਦਾ ਪ੍ਰਭਾਵ ਵੀ ਦਿੱਤਾ ਕਿ ਜਿਹੜਾ ਕੌਣ ਨੇਤਾ ਬਣਦਾ ਹੈ ਉਹ ਲੋਕ ਫੈਸਲਾ ਕਰਦੇ ਨੇ। ਮਤਲਬ ਵੀ ਕਿਸ ਨੇ ਪ੍ਰੋਜੈਕਸ਼ਨ ਹੋਣੀ ਕਿਹਦੀ ਅਗਲੀ ਚੋਣ ਦੇ ਵਿੱਚ, ਉਹ ਲੋਕਾਂ ਨੇ ਫੈਸਲਾ ਕਰਨਾ ਹੈ। ਇਸ ਤਰ੍ਹਾਂ ਦਾ ਇਸ਼ਾਰਾ ਉਹਨਾਂ ਨੇ ਕੀਤਾ, ਨਾ ਕਿ ਹਾਈ ਕਮਾਂਡ ਨੇ ਕਰਨਾ ਹੈ ਜਾਂ ਕਿਸੇ ਹੋਰ ਨੇ ਕਰਨਾ ਹੈ। ਇਹ ਵੀ ਸੀ। ਸੋ ਅੱਜ ਦੀ ਸਵਾਲ ਇਹਦੇ ਚੋਂ ਇਹ ਉੱਠਦੇ ਨੇ ਕਿ ਪਿਛਲੇ ਦਿਨਾਂ 'ਚ ਉਹ ਰੁੱਸ ਕੇ ਬਹਿ ਗਏ, ਅਸਤੀਫਾ ਦੇ ਕੇ ਹੋਇਆ। ਉਸ ਤੋਂ ਬਾਅਦ ਮਨ ਮਨਾਈ ਦੀ ਕੋਸ਼ਿਸ਼ਾਂ ਹੋਈਆਂ, ਮੀਟਿੰਗਾਂ ਹੋਈਆਂ। ਜਿਹੜੇ ਮੀਨ ਟਾਈਮ ਹਰੀਸ਼ ਚੌਧਰੀ ਜਿਹੜੇ ਇੰਚਾਰਜ ਲੱਗੇ, ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਪ੍ਰਗਟ ਸਿੰਘ ਵੀ ਕਾਫੀ ਵਾਰੀ ਦਿਖੇ, ਉਹ ਆਪਸ 'ਚ ਮੇਲ ਮਿਲਾਪ ਕਰਨ ਦੀ ਕੋਸ਼ਿਸ਼ਾਂ ਕਰਦੇ ਰਹੇ, ਮੀਟਿੰਗਾਂ ਕਰਾਉਣ ਦੀਆਂ। ਫਿਰ ਆਖਰਕਾਰ ਫਿਰ ਕੇਦਾਰਨਾਥ ਦਿੱਲੀ ਵੀ ਚੱਕਰ ਲੱਗੇ, ਚੰਨੀ ਦੇ ਵੀ, ਮੁੱਖ ਮੰਤਰੀ ਦੇ ਵੀ, ਸੁਖਜਿੰਦਰ ਰੰਧਾਵਾ ਦੇ ਵੀ। ਤੇ ਇਹ ਲੱਗਦਾ ਸੀ ਵੀ ਪੈਚਅਪ ਹੋ ਰਿਹਾ। ਤੇ ਕੇਦਾਰਨਾਥ ਦੀ ਜਿਹੜੀ ਮੀਟਿੰਗ ਸੀ, ਕੇਦਾਰਨਾਥ ਲੈ ਗਏ ਜਦੋਂ ਹਰੀਸ਼ ਚੌਧਰੀ, ਰਾਣਾ ਕੇਪੀ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ, ਤੇ ਉਸ ਤੋਂ ਬਾਅਦ ਆ ਕੇ ਇਸ ਤਰ੍ਹਾਂ ਦਾ ਉੱਥੇ ਮਤਲਬ ਪੋਸਟਾਂ ਵੀ ਪਾਈਆਂ ਗਈਆਂ ਕਿ ਸਾਰਾ ਕੁਝ ਨਿਬੜ ਗਿਆ, ਆਪਸ 'ਚ ਸੁਲ੍ਹਾ ਹੋ ਗਈ। ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਗਿਆ। ਉਦੋਂ ਬਾਅਦ ਸ਼ਾਮ ਨੂੰ ਆ ਕੇ ਪੰਜਾਬ ਭਵਨ ਦੇ ਵਿੱਚ ਸਾਂਝੀ ਮੀਟਿੰਗ ਵੀ ਕੀਤੀ। ਸਾਰੇ ਕਾਂਗਰਸ MLA ਤੇ ਮਿਨਿਸਟਰ ਨੇ, ਹਰੀਸ਼ ਚੌਧਰੀ ਵੀ ਵਿੱਚ ਸੀਗੇ, ਨਵਜੋਤ ਸਿੱਧੂ ਵੀ ਸੀਗੇ। ਤੇ ਉਸ ਤੋਂ ਇਹ ਪ੍ਰਭਾਵ ਦਿੱਤਾ ਗਿਆ ਜਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਮਸਲਾ ਨਿਪਟ ਗਿਆ ਤੇ ਆਪਸ 'ਚ ਸੁਲ੍ਹਾ ਸਫਾਈ ਹੋ ਗਈ ਹੈ ਤੇ ਹੁਣ ਸਾਰੇ ਮਸਲੇ ਜਿਹੜੇ ਹੈ। ਇੱਥੇ ਤੱਕ ਜਦੋਂ ਨਵਜੋਤ ਸਿੱਧੂ ਰਾਹੁਲ ਨੂੰ ਮਿਲ ਕੇ ਆਏ ਸੀ, ਉਦੋਂ ਵੀ ਉਹਨਾਂ ਨੇ ਇਹੀ ਟਿੱਪਣੀ ਕੀਤੀ ਸੀ ਕਿ ਸਾਰਾ ਕੁਝ ਸੌਰਟ ਆਊਟ ਹੋ ਗਿਆ, ਆਲ ਇਸ਼ੂਜ਼ ਹੈਵ ਬੀਨ ਸੌਰਟਡ ਆਊਟ। ਇਹ ਉਹਦੇ ਟੈਕਨੀਕਲ ਵਰਡਿੰਗ ਸੀ। ਤੇ ਫਿਰ ਉਹ ਕੇਦਾਰਨਾਥ ਦੀ ਮੀਟਿੰਗ ਤੋਂ ਬਾਅਦ, ਸਾਰੇ ਕੁਝ ਤੋਂ ਬਾਅਦ, ਫਿਰ ਅੱਜ ਅਚਾਨਕ ਜਿਹੜਾ ਇਹ ਇੱਕ ਪਟਾਕਾ ਪਾਉਣ ਵਾਲੀ ਗੱਲ ਸੀ, ਦੀਵਾਲੀ ਤੋਂ ਬਾਅਦ ਵੱਡਾ ਧਮਾਕਾ ਜਿਹੜਾ ਪਾਉਣ ਵਾਲੀ ਗੱਲ ਸੀ, ਕਿ ਕਹਿਣ ਦਾ ਵੀ ਸਾਡਾ ਕੁਝ ਨਹੀਂ ਨਿਬੜਿਆ। ਮਤਲਬ ਇਹ ਉਹਦਾ ਪ੍ਰਭਾਵ ਇਸ ਵੀ ਅਜੇ ਕੁਝ ਨਹੀਂ ਨਿਬੜਿਆ। ਜਿੰਨਾ ਚਿਰ ਉਹ ਤਬਦੀਲੀ ਨਹੀਂ ਹੁੰਦੀ, ਚੇਂਜ ਨਹੀਂ ਹੁੰਦੀ, ਜਾਂ ਨਵਾਂ ਏਜ ਨਹੀਂ ਲੱਗਦਾ ਤੇ ਨਵਾਂ DGP ਨਹੀਂ ਆਉਂਦਾ, ਉਹਨਾਂ ਚਿਰ ਮੈਂ ਕੰਮ ਨਹੀਂ ਸ਼ੁਰੂ ਕਰੂੰਗਾ। ਤੇ ਇਹ ਪਹਿਲੀ ਵਾਰੀ, ਇਹ ਮੁੱਦੇ ਤਾਂ ਪਹਿਲਾਂ ਵੀ ਉਠਾਏ ਸੀ, ਪਰ ਇਹ ਪਹਿਲੀ ਵਾਰੀ, ਵੈਸੇ ਪਹਿਲਾਂ ਵੀ ਜਦੋਂ ਪੰਜਾਬ ਭਵਨ 'ਚ ਪ੍ਰੈਸ ਉਹਨਾਂ ਨੇ ਕੀਤੀ ਸੀ, ਉਸ ਦਿਨ ਵੀ ਇਹ ਕਿਹਾ ਸੀ ਕਿ ਇਹ ਜਿਹੜੀ ਦੀਵਾਲੀ ਦੇ ਮੌਕੇ ਗਿਫਟ ਦਿੱਤੇ ਆ, ਜਾਂ ਇੱਕ ਲੋਲੀਪੌਪ ਸ਼ਬਦ ਵਰਤਿਆ ਸੀ ਉਹਨਾਂ ਨੇ, ਵੀ ਰੋਡ ਮੈਪ ਦੀ ਲੋੜ ਹੈਗੀ, ਲੋਲੀਪੌਪ ਦੀ ਦੇਣ ਦੀ ਲੋੜ ਨਹੀਂ। ਇਹ ਉਦੋਂ ਵੀ ਕਿਹਾ ਸੀ। ਤੇ ਹੁਣ ਅੱਜ ਤਾਂ ਬਹੁਤ ਹੀ ਪਲਾਨਡ ਢੰਗ ਨਾਲ, ਯੋਜਨਾਬੱਧ ਢੰਗ ਨਾਲ ਜਿਹੜਾ ਉਹਨਾਂ ਨੇ ਚੰਨੀ ਸਰਕਾਰ ਤੇ ਅਟੈਕ ਕੀਤਾ ਕਿ ਚੰਨੀ ਸਰਕਾਰ ਦੀ ਆਪਣੀ ਜਿਹੜੀ ਸਰਕਾਰ ਹੈ ਕਾਂਗਰਸ ਦੀ, ਉਹਦੀ ਕਾਰਗੁਜ਼ਾਰੀ ਕਹਿਣ ਦਾ ਉਹਨਾਂ ਦਾ ਇਸ਼ਾਰਾ ਇਹ ਹੈ ਕਿ ਨਿੱਲ ਹੈਗੀ ਕਾਰਗੁਜ਼ਾਰੀ। ਹੁਣ ਸਵਾਲ ਇਹ ਹੁੰਦਾ ਕਿ ਚੰਨੀ ਸਰਕਾਰ, ਮੁੱਖ ਮੰਤਰੀ ਚਰਨਜੀਤ ਚੰਨੀ ਤੇ ਉਹਨਾਂ ਦੀ ਕੈਬਨਿਟ, ਉਹਨਾਂ ਦੇ ਸਾਥੀਆਂ ਦੀ, ਉਹਨਾਂ ਤੇ ਉਹਨਸ ਆ ਗਿਆ ਕਿ ਉਹ ਇਹ ਦੱਸਣ ਜਾਂ ਜਵਾਬ ਦੇਣ ਕਿ ਉਹਨਾਂ ਨੇ ਇਸ 40 ਦਿਨਾਂ 'ਚ ਕੀ ਕੀਤਾ। ਉਹਨਾਂ ਕੋਲ ਇੱਕ ਲੰਮੀ ਲਿਸਟ ਹੈ ਕਿ ਕੀ ਕੀਤਾ ਹੈ ਲੋਕਾਂ ਦੇ ਮੁੱਦੇ। ਉਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਜਾਂ ਉਹਨਾਂ ਦੇ ਆਉਂਦਾ ਕਿ ਉਹ ਦੱਸਣ ਕਿ ਕੀ ਕੀਤਾ। ਸਿੱਧੂ ਨੇ ਤਾਂ ਕਹਿਤਾ ਕੁਝ ਨਹੀਂ ਕੀਤਾ, ਜਾਂ ਪਹਿਲੇ ਸਵਾਲ ਉਠਾਇਆ ਵੀ ਕੀ ਕੀਤਾ, ਵੀ ਪੁੱਛ ਰਹੇ ਨੇ ਦੱਸੋ ਕੀ ਕੀਤਾ ਤੁਸੀਂ, ਇਹਦਾ ਜਿਹਦਾ ਮਤਲਬ ਇਹ ਕੁਝ ਨਹੀਂ ਕੀਤਾ। ਤੇ ਇੱਕ ਤਾਂ ਇਹ ਖੜਾ ਮਸਲਾ ਵੀ ਕੋਈ ਕੁਝ ਨਹੀਂ ਕੀਤਾ ਸਰਕਾਰ ਨੇ। ਇਹ ਹੁਣ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀਆਂ ਦੀ ਜ਼ਿੰਮੇਵਾਰੀ ਹੈ ਵੀ ਉਹ ਜਵਾਬ ਦੇਣ ਕਿ ਕੀ ਕੀਤਾ। ਦੂਜਾ ਇਹ ਹੈਗਾ ਕਿ ਅਸਤੀਫੇ ਬਾਰੇ, ਕਿ ਜੇਕਰ ਅਸਤੀਫਾ ਵਾਪਸ, ਜੇ ਕੰਮ ਨਹੀਂ ਕਰਨਾ ਜਿੰਨਾ ਚਿਰ, ਤਾਂ ਉਹਨਾਂ ਚਿਰ ਅਸਤੀਫਾ ਵਾਪਸ ਲੈਣ ਦਾ ਕੀ। ਅਸਤੀਫਾ ਵਾਪਸ ਲੈਣ ਪਿੱਛੇ ਕੋਈ ਹੋਰ ਕੋਈ ਜਾਂ ਇੱਕ ਐਲਾਨ ਕਰਨ ਪਿੱਛੇ ਅੱਜ ਦੇ ਵਜ੍ਹਾ ਕੀ ਹੈ ਵੀ ਜੇ ਅਸਤੀਫਾ ਵਾਪਸ ਹੀ ਲੈ ਲਿਆ ਸੀ ਤਾਂ ਇਹ ਜਿਹੜਾ ਉਹਨੂੰ ਦੱਸਣ ਦੀ, ਕਿਉਂਕਿ ਵੀ ਮੈਂ ਉਹਨਾਂ ਚਿਰ ਕੰਮ ਨਹੀਂ ਕਰੂੰਗਾ, ਇਹ ਸ਼ਰਤ ਲਾਉਣ ਦੀ ਜਿਹੜੀ ਹੈ ਇਹ ਨੌਬਤ ਕਿਉਂ ਆਈ। ਇਹਦੀ ਵੀ ਕਈ ਸਵਾਲ ਉੱਠ ਰਹੇ ਨੇ। ਕਿਤੇ ਕਿਤੇ ਪ੍ਰਭਾਵ ਇਸ ਤਰ੍ਹਾਂ ਦਾ ਵੀ ਹੈਗਾ
ਵੀ ਜਿਹੜਾ ਅਸਤੀਫਾ ਪਿਆ ਹੈ ਕਿਤੇ ਇਹੋ ਜਿਹਾ ਖਦਸ਼ਾ ਤਾਂ ਨਹੀਂ ਸੀ ਕਿਤੇ ਉਹ ਮਨਜ਼ੂਰੀ ਨਾ ਹੋ ਜੇ ਵੀ ਪਹਿਲਾਂ ਅਨਾਉਂਸਮੈਂਟ ਕਰ ਦਿਓ। ਇਸ ਤਰ੍ਹਾਂ ਦਾ ਤਾਂ ਹੀ ਨਹੀਂ ਕਿ ਇਸ ਤਰ੍ਹਾਂ ਦੇ ਸਵਾਲ ਵੀ ਕੁਝ ਕਾਂਗਰਸੀ ਉਠਾ ਰਹੇ ਨੇ। ਅਸੀਂ ਨਹੀਂ ਕਹਿ ਰਹੇ, ਪਰ ਕਾਂਗਰਸੀ ਇਸ ਤਰ੍ਹਾਂ ਦੇ ਸਵਾਲ ਉਠਾ ਰਹੇ ਨੇ। ਸੋ ਮਸਲਾ ਇਹ ਹੈਗਾ ਹੁਣ ਕਿ ਨਵਜੋਤ ਸਿੱਧੂ ਨੇ ਆਪਣੀ ਪਾਰਟੀ ਦੀ ਸਰਕਾਰ ਤੇ ਅਟੈਕ ਕੀਤਾ, ਸਿੱਧਾ ਅਟੈਕ ਕੀਤਾ, ਤੇ ਉਹਦਾ ਜਿਹੜਾ ਰਿਜ਼ਲਟ ਹੈ, ਨਤੀਜਾ, ਕਿ ਇਹਦਾ ਮਤਲਬ ਇਹ ਹੈ ਕਿ ਉਹ ਆਪਸ 'ਚ ਜਿਹੜੀ ਉਹਨਾਂ ਦੀ ਬੈਠ ਕੇ ਸੁਲਹ ਸਫਾਈ ਜਾਂ ਬੈਠ ਕੇ ਮਸਲੇ ਸੈਟਲ ਨਹੀਂ ਹੋ ਰਹੇ, ਆਪਸ 'ਚ ਮਿਲ ਕੇ ਮਸਲੇ ਸੈਟਲ ਨਹੀਂ ਹੋ ਰਹੇ ਆਪਣੀ ਸਰਕਾਰ ਦੇ ਆਪਣੇ ਮੁੱਖ ਮੰਤਰੀ ਨਾਲ। ਉਹਨੂੰ ਪਲੇਟਫਾਰਮ ਦੇ ਪਬਲਿਕ ਪਲੇਟਫਾਰਮ ਤੇ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਰਾਹੀਂ, ਮੀਡੀਆ ਰਾਹੀਂ ਲੋਕਾਂ 'ਚ ਦੱਸਣਾ ਪੈ ਰਿਹਾ ਕਿ ਮੈਂ ਤਾਂ ਉੱਥੇ ਖੜਾ ਤੇ ਸਰਕਾਰ ਦੂਜੇ ਪਾਸੇ ਖੜੀ ਹੈ, ਮੈਂ ਇੱਕ ਪਾਸੇ ਖੜਾ। ਇਹ ਦੱਸਣਾ, ਜਿਹੜਾ ਓਪਨਲੀ ਦੱਸਣਾ, ਇਹਦਾ ਮਤਲਬ, ਇਹਦਾ ਜਿਹੜਾ ਅਰਥ ਇਹ ਹੈ ਕਿ ਆਪਸ ਜਿਹੜੀ ਤਰੇੜ ਹੈ ਵੱਡੀ, ਜਿਹੜੀ ਐ ਕਹਿ ਲਓ ਕਿ ਪਾੜ ਪਿਆ ਹੋਇਆ ਇੱਕ ਤਰ੍ਹਾਂ ਦੇ ਆਪਸ 'ਚ ਕਾਂਗਰਸ ਪਾਰਟੀ ਦੇ ਤੇ ਸਰਕਾਰ ਦੇ ਵਿਚਕਾਰ, ਜਾਂ ਕਾਂਗਰਸ ਪ੍ਰਧਾਨ ਤੇ ਸਰਕਾਰ ਦੇ ਵਿਚਕਾਰ। ਸੋ ਇਹ ਪਾੜਾ ਜਿਹੜਾ ਸਿਆਸੀ ਪਾੜਾ ਕੋਈ ਖੜਾ ਹੋਇਆ ਜਿਹਦਾ ਪ੍ਰਭਾਵ ਤੇ ਨਤੀਜਾ ਇਹੀ ਹੋਏਗਾ ਕਿ ਕਾਂਗਰਸ ਪਾਰਟੀ ਇੱਕ ਨਹੀਂ ਹੈ, ਆਪਸ 'ਚ ਲੜ ਰਹੇ ਨੇ, ਆਪਸ 'ਚ ਖਿੱਚੋਤਾਣ ਹੋ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਇਹੀ ਹੋਇਆ। ਹੁਣ ਜਦੋਂ ਚੰਨੀ ਚੀਫ ਮਿਨਿਸਟਰ ਬਣੇ ਨੇ ਤੇ ਨਵਜੋਤ ਸਿੱਧੂ ਪ੍ਰਧਾਨ ਵੀ ਬਣ ਗਏ ਨੇ, ਤੇ ਹੁਣ ਵੀ ਉਹੀ ਕੁਝ ਚੱਲ ਰਿਹਾ। ਕਲੇਸ਼ ਕਾਂਗਰਸ ਦਾ ਜਿਹੜਾ ਕਲਾ ਕਲੇਸ਼ ਜਿਹੜਾ ਉਹ ਕਾਂਗਰਸ ਦਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ, ਤੇ ਜਿਹਦਾ ਅਸਰ ਕੁਦਰਤੀ ਤੌਰ ਤੇ ਅਗਲੀਆਂ ਕਾਂਗਰਸ ਦੀ ਕਾਰਗੁਜ਼ਾਰੀ ਤੇ, ਕਾਂਗਰਸ ਦੀ ਫੰਕਸ਼ਨਿੰਗ ਤੇ, ਪਾਰਟੀ ਦੀ ਫੰਕਸ਼ਨਿੰਗ ਤੇ, ਪਾਰਟੀ ਦੀ ਜਥੇਬੰਦੀ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਪਏਗਾ, ਜਿਹਦਾ ਅੱਗੇ ਅਸਰ ਅਗਲੀਆਂ ਚੋਣਾਂ ਤੇ ਅਗਲੇ ਜਿਹੜਾ 2022 ਦਾ ਜੋ ਸੀਨ ਬਣਨਾ ਉਹਦੇ ਤੇ ਵੀ ਪਏਗਾ। ਇਹਦਾ ਮਤਲਬ ਸਾਫ਼ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਅੱਜ ਜੋ ਕੁਝ ਹੁਣ ਹੋ ਰਿਹਾ ਹੈ, ਇਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਟਿਕਟਾਂ ਦੀ ਵੰਡ ਹੋਏਗੀ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਇਲੈਕਸ਼ਨ ਦੀ ਤਿਆਰੀ ਹੋਏਗੀ, ਉਦੋਂ ਕੀ ਸੀਨ ਹੋਏਗਾ, ਕੁਛ ਨਾ ਕੁਛ ਝਲਕ ਉਹਦੀ ਇਸ ਤੋਂ ਲਾਈ ਜਾ ਸਕਦੀ ਹੈ ਕਿ ਕਾਂਗਰਸ ਪਾਰਟੀ ਦਾ, ਤੇ ਜਿਹਦਾ ਸਿੱਧਾ ਫਾਇਦਾ ਕਾਂਗਰਸ ਪਾਰਟੀ ਦੇ ਜਦੋਂ ਟੁੱਟ ਭੱਜ ਹੋ ਰਹੀ ਹੈ ਆਪਸ 'ਚ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਵੀ ਤੇ ਹੁਣ ਵੀ ਜੋ ਕੁਝ ਹੋ ਰਿਹਾ, ਤੇ ਕੁਦਰਤੀ ਤੌਰ ਤੇ ਹੈ ਉਹਦਾ ਜਿਹੜਾ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਤਾੜੀਆਂ ਵਜਾ ਰਹੇ ਹੋਣਗੇ, ਖੁਸ਼ ਹੋ ਰਹੇ ਹੋਣਗੇ ਕਿ ਕਾਂਗਰਸ ਪਾਰਟੀ ਕਲੇਸ਼ ਖਤਮ ਨਹੀਂ ਹੋ ਰਿਹਾ, ਨਿਕਲ ਨਹੀਂ ਰਿਹਾ ਇਹਨਾਂ ਦਾ। ਤੇ ਸੋ ਕੁਦਰਤੀ ਤੌਰ ਤੇ ਆਪੋਜੀਸ਼ਨ ਪਾਰਟੀਆਂ ਨੂੰ ਇਹਦਾ ਲਾਹਾ ਲੈਣ ਦਾ ਮੌਕਾ ਮਿਲੇਗਾ। ਇਹ ਹੈਗਾ ਸਥਿਤੀ। ਨਵਜੋਤ ਸਿੱਧੂ ਨੇ ਇਹ ਤਾਂ ਕਿਹਾ ਕਿ ਮੇਰੇ ਕੋਈ ਪਰਸਨਲ ਈਗੋ ਨਹੀਂ, ਮੇਰਾ ਪਰਸਨਲ ਏਜੰਡਾ ਨਹੀਂ ਹੈਗਾ, ਤੇ ਉਹਦੇ 'ਚ ਪਰ ਬਾਰ-ਬਾਰ ਉਹਨਾਂ ਨੇ ਇਸ ਤਰ੍ਹਾਂ ਦਾ ਬਾਰ-ਬਾਰ ਇਹੀ ਗੱਲ ਕਿ ਨਵਜੋਤ ਸਿੱਧੂ ਇਹ ਕਰ ਰਿਹਾ, ਨਵਜੋਤ ਸਿੱਧੂ ਕਰੇ, ਅੱਜ ਤੱਕ ਸਿੱਧੂ ਸਾਹਿਬ ਵੀ ਕਹਿਣ ਲੱਗ ਗਏ ਆਪਣੇ ਆਪ ਨੂੰ ਉਹ। ਤੇ ਜਿਹੜਾ ਡਰੱਗ ਵਾਲਾ ਮਸਲਾ ਹੈ, ਡਰੱਗ ਦੀ ਰਿਪੋਰਟ ਵਾਲਾ ਮਸਲਾ ਹੈ, ਉਹਨਾਂ ਨੇ ਜੇ ਇੱਕ ਨਵਾਂ ਮੁੱਦਾ ਛੇੜਿਆ ਕਿ ਉਹ ਵਿਧਾਨ ਸਭਾ ਦੇ ਵਿੱਚ ਕਿਉਂ ਨਹੀਂ ਪੇਸ਼ ਕੀਤੀ ਜਾ ਸਕਦੀ, ਕਿਉਂ ਨਹੀਂ ਨਸ਼ਰ ਕੀਤੀ ਜਾ ਸਕਦੀ, ਜਿਹਦਾ ਅਰਥ ਇਹ ਲਿਆ ਜਾ ਰਿਹਾ ਕਿ ਜਿਹੜਾ 8 ਨਵੰਬਰ ਨੂੰ ਸੈਸ਼ਨ ਹੋਣਾ ਹੈ, ਵੀ ਉਹ ਚਾਹੁੰਦੇ ਨੇ ਕਿ ਉਸ ਦੇ ਵਿੱਚ ਕੋਸ਼ਿਸ਼ ਹੋਏਗੀ ਜਾਂ ਕੰਪੈਲ ਕੀਤਾ ਜਾਏ ਸਰਕਾਰ ਨੂੰ ਕਿ ਉਸ ਸੈਸ਼ਨ ਦੇ ਵਿੱਚ ਉਹ ਰਿਪੋਰਟ ਡਿਸਕਲੋਜ਼ ਕੀਤੀ ਜਾਵੇ। ਉਹ ਲਿਫਾਫਾ ਬੰਦ ਹਾਈ ਕੋਰਟ ਦੇ ਵਿੱਚ ਹੈਗਾ, ਹਾਈ ਕੋਰਟ ਦੇ ਵਿੱਚ ਉਹਦੀ ਹੀਅਰਿੰਗ ਵੀ ਚੱਲ ਰਹੀ ਹੈ, ਸੁਣਵਾਈ ਚੱਲ ਰਹੀ ਹੈ, ਉਸ ਤੇ ਬਹਿਸ ਹੋ ਰਹੀ ਹੈ ਕਿ ਕਦੋਂ ਖੋਲੀ ਜਾਣੀ ਹੈ ਕਿ ਜੀ ਇਹ ਅਜੇ ਮਸਲਾ ਖੜਾ ਹੈ। ਪਰ ਲੱਗਦਾ ਇਹ ਹੈ ਕਿ ਨਵਜੋਤ ਸਿੱਧੂ ਇਸ ਕੋਸ਼ਿਸ਼ ਨੇ ਕਿ ਉਹ ਰਿਪੋਰਟ ਜਿਹੜੀ ਡਿਸਕਲੋਜ਼ ਕੀਤੀ ਜਾਵੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ। ਪਬਲਿਕਲੀ ਇਹ ਗੱਲ ਕਰਨ ਦਾ ਮਤਲਬ ਸਰਕਾਰ ਤੇ, ਚੰਨੀ ਸਰਕਾਰ ਤੇ ਪ੍ਰੈਸ਼ਰ ਪਾਉਣਾ, ਦਬਾਅ ਪਾਉਣਾ ਹੀ ਸਮਝਿਆ ਜਾ ਸਕਦਾ ਹੈ ਕਿ ਉਹ ਉਹਦੇ 'ਚ ਡਿਸਕਲੋਜ਼ ਕੀਤੀ ਜਾਵੇ ਤੇ ਜਿਹਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ। ਉਹਨਾਂ ਦਾ ਇਹ ਕਹਿਣਾ ਕਿ ਕਾਰਵਾਈ ਨਹੀਂ ਹੋ ਰਹੀ ਦੋਸ਼ੀਆਂ ਦੇ ਖਿਲਾਫ ਤੇ ਕਾਰਵਾਈ ਤੁਰੰਤ ਕੀਤੀ ਜਾਵੇ। ਉਹਨਾਂ ਨੇ ਜਿਹੜੀਆਂ SIT ਤੇ ਇਨਕੁਆਰੀਆਂ ਦੀ ਗੱਲ ਕੀਤੀ, ਵਾਰ-ਵਾਰ ਬਦਲੀਆਂ ਜਾ ਰਹੀਆਂ, ਨਵੀਆਂ ਹੋ ਰਹੀਆਂ ਇਨਕੁਆਰੀਆਂ, 6 ਇਨਕੁਆਰੀ ਕਰ ਲਈਆਂ ਇਸ ਤਰ੍ਹਾਂ ਦੀਆਂ। ਸੋ ਇਸ ਕੀ ਹੁਣ ਉਹ
ਇਹਨਾਂ ਦੀ ਇਸ ਕੋਸ਼ਿਸ਼ ਦਾ ਨਤੀਜਾ ਕੀ ਹੋਏਗਾ, ਉਹ ਰਿਪੋਰਟ ਦਾ ਬਣਾ ਕੇ, ਕਿਉਂਕਿ ਪੰਜਾਬ ਸਰਕਾਰ, ਚੰਨੀ ਸਰਕਾਰ ਹੈ ਇਸ ਵੇਲੇ, ਜਦੋਂ ਵੰਡ ਤੋਂ ਬਾਅਦ ਉਹ ਇਹ ਹਾਈ ਕੋਰਟ ਦੇ ਵਿੱਚ ਇਹ ਅਦਾਲਤ ਨੂੰ ਅਪੀਲ ਕਰ ਚੁੱਕੀ ਹੈ, ਪਾ ਚੁੱਕੀ ਹੈ ਅਰਜ਼ੀ, ਕਹਿ ਚੁੱਕੀ ਹੈ ਕਿ ਇਹਨੂੰ ਰਿਪੋਰਟ ਡਿਸਕਲੋਜ਼ ਕੀਤੀ ਜਾਵੇ, ਖੋਲੀ ਜਾਵੇ, ਲਿਫਾਫਾ ਖੋਲਿਆ ਜਾਵੇ ਤੇ ਇਹ ਦੱਸੀ। ਇਹ ਸਰਕਾਰ ਦਾ ਵਰਸ਼ਨ, ਆਫੀਸ਼ੀਅਲ ਵਰਸ਼ਨ ਹਾਈ ਕੋਰਟ 'ਚ ਆ ਚੁੱਕਿਆ। ਪਰ ਹੁਣ ਕੀ ਚੰਨੀ ਸਰਕਾਰ ਖੁਦ ਇਸ ਨੂੰ ਡਿਸਕਲੋਜ਼ ਕਰੇਗੀ ਵਿਧਾਨ ਸਭਾ 'ਚ, ਜਿਵੇਂ ਕਿ ਨਵਜੋਤ ਸਿੱਧੂ ਕਹਿ ਰਹੇ ਨੇ? ਨਵਜੋਤ ਸਿੱਧੂ ਕਹਿ ਰਹੇ ਨੇ ਕੋਈ ਇਹਦੇ ਪਾਬੰਦੀ ਹੈ ਨਹੀਂ ਗੀ, ਹਾਈ ਕੋਰਟ ਨੇ ਮਨਾਹੀ ਕੀਤੀ ਨਹੀਂ ਹੈ। ਸੋ ਇਹ ਅਜੇ ਸਵਾਲ ਖੜੇ ਨੇ, ਤੇ ਇਹਦਾ ਮਤਲਬ ਵੀ ਇਹ ਵੀ ਹੈਗਾ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਹੋਣਾ ਹੈ 8 ਨਵੰਬਰ ਦਾ, ਉਹਦੇ 'ਚ ਵੀ ਖਿੱਚੋਤਾਣ ਇਹਨਾਂ ਮਸਲਿਆਂ ਤੇ ਜਾਰੀ ਰਹੇਗੀ। ਇੱਕ ਉਹਨਾਂ ਨੇ ਜਿਹੜਾ ਇਹ ਕਿਹਾ ਕਿ DGP ਦਾ ਜਿਹੜਾ ਪੈਨਲ ਭੇਜਿਆ ਵੀ ਉਹਦਾ ਇੰਨੇ ਦਿਨ ਹੋ ਗਏ, ਕਿਉਂ ਨਹੀਂ ਨਿਬੇੜਾ ਹੋਇਆ, ਕਿਉਂ ਨਹੀਂ ਉਹਦਾ ਕੋਈ ਜਿਹੜੀ ਪੈਨਲ ਫਾਈਨਲ ਹੋਇਆ। ਇਹ ਵੀ ਸਵਾਲ ਉਠਾਏ ਨੇ। ਪੈਨਲ ਜਿਹੜਾ ਭੇਜਿਆ ਸੀਗਾ ਉਹਦੇ ਵਿੱਚ ਇਹ ਵੀ ਪਤਾ ਲੱਗਿਆ ਸੀਗਾ ਕਿ ਕੋਈ ਤਰੁੱਟੀਆਂ ਹੈਗੀਆਂ ਸੀ, ਉਹ ਵਾਪਸ ਆਇਆ, ਫਿਰ ਤਰੁੱਟੀਆਂ ਦੂਰ ਕਰਕੇ ਸਰਕਾਰ ਨੇ ਭੇਜਤੀਆਂ ਨੇ। ਉਹਦੇ ਵਿੱਚ ਜਿਹੜੇ 3 ਜਿਹੜੇ ਅਫਸਰਾਂ ਦਾ, IPS ਅਫਸਰਾਂ ਦਾ ਪੈਨਲ ਸਿਲੈਕਟ ਕਰਕੇ UPS ਨੇ ਭੇਜਣਾ ਸਰਕਾਰ ਨੂੰ, ਉਹਦੇ 3 ਵਿੱਚੋਂ ਇੱਕ ਸਿਲੈਕਸ਼ਨ ਕਰਨੀ ਹੈ ਚੰਨੀ ਸਰਕਾਰ ਨੇ। ਤੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਤੇ ਸਾਰਾ ਉਹਦਾ ਇਹ ਸਮਝਿਆ ਜਾ ਰਿਹਾ, ਮੰਨਿਆ ਜਾ ਰਿਹਾ ਕਿ ਨਵਜੋਤ ਸਿੱਧੂ ਆਪਣੀ ਚੁਆਇਸ ਦੇ ਜਿਹੜੇ ਦੋਵਾਂ ਅਹੁਦਿਆਂ ਤੇ ਜਿਹੜੇ ਆਫੀਸਰ ਨੇ, ਜਾਂ ਜਿਹੜੇ ਇਹਨਾਂ ਅਹੁਦਿਆਂ ਤੇ ਤੈਨਾਤ ਕੀਤੇ ਜਾਣੇ ਨੇ ਪਰਸਨ, ਉਹ ਆਪਣੀ ਚਾਹੁੰਦੇ ਨੇ ਸਪੈਸੀਫਿਕ ਕਿ ਕੌਣ ਲੱਗਣ, ਕਿਹੜਾ ਹੈ, ਉਹਨਾਂ ਦੀ ਰਾਏ ਵਿੱਚ ਮੰਨੀ ਜਾਵੇ ਜਾਂ ਉਹਨਾਂ ਦੀ ਪੁੱਗੇ ਇਸ ਗੱਲ 'ਚ। ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਹੈ ਉਹ ਜਾ ਰਿਹਾ, ਕਿਉਂਕਿ ਉਹਨਾਂ ਦੀ ਜਿਹੜੇ ਪਹਿਲਾਂ ਲੱਗੇ ਸੀ ਉਹ ਤਾਂ ਉਹਨਾਂ ਨੇ ਰਿਜੈਕਟ ਕਰਤੇ ਨੇ। ਹੁਣ ਅਗਲੇ ਕੌਣ ਲੱਗੇ, ਕਿਹੜੇ ਲੱਗਣ, ਕਿਹਦੀ ਨਿਯੁਕਤੀ ਹੋਵੇ, ਪੈਨਲ 3 ਦਾ ਆਏਗਾ, ਉਹਦੇ 'ਚੋਂ ਕਿਹਦੀ ਚੁਆਇਸ ਹੋਵੇ, ਤੇ ਫਿਰ ਐਡਵੋਕੇਟ ਜਨਰਲ ਜਿਹੜਾ ਹੈ ਉਹ ਕੌਣ ਅਪੁਆਇੰਟ ਹੋਵੇ, ਉਹ ਪੈਨਲ ਦੇ ਵਿੱਚੋਂ ਪੈਨਲ ਬਣੇਗਾ, ਉਹਦੇ ਵਿੱਚੋਂ ਕੌਣ ਸਿਲੈਕਟ ਹੋਏਗਾ। ਇਹਦੇ ਵਿੱਚ ਕਿਉਂਕਿ ਪਹਿਲਾਂ ਉਹਨਾਂ ਨੇ ਰਿਜੈਕਟ ਕੀਤੇ, ਜਿਹੜੇ ਉਹਨਾਂ ਨੇ ਵਿਰੋਧ ਕੀਤਾ, ਇਸ ਕਰਕੇ ਬਦਲਣੇ ਪਏ। ਤੇ ਹੁਣ ਵੀ ਇਹ ਪ੍ਰਭਾਵ ਜਾ ਰਿਹਾ ਕਿ ਜੇ ਉਹਨਾਂ ਦੀ ਮਰਜ਼ੀ ਦੇ ਨਹੀਂ ਲੱਗੇ, ਜਾਂ ਉਹਨਾਂ ਦੀ ਇੱਛਾ ਮੁਤਾਬਕ, ਜਾਂ ਉਹਨਾਂ ਦੀ ਸ਼ਮੂਲੀਅਤ ਰਾਏ ਨਹੀਂ ਲਏਗੀ, ਤਾਂ ਫਿਰ ਹੋ ਸਕਦਾ ਫਿਰ ਪੰਗਾ ਪੈ ਜੇ, ਉਸ ਤੇ ਫਿਰ ਕੋਈ ਪੰਗਾ ਪੈ ਸਕਦਾ ਹੈ। ਅੱਜ ਦੀ ਜਿਹੜੀ ਪਬਲਿਕਲੀ ਉਹਨਾਂ ਨੇ ਇਹ ਕੀਤਾ ਕਿ ਇਹਦਾ ਮਤਲਬ ਇਹ ਵੀ ਲਿਆ ਜਾ ਰਿਹਾ ਕਿ ਉਹਨਾਂ ਦੀ ਰਾਏ ਤੋਂ ਬਿਨਾਂ ਜੇ ਲੱਗੇਗਾ ਤਾਂ ਉਹਦਾ ਹੋ ਸਕਦਾ ਫੇਰ ਵਿਰੋਧ ਵੀ ਹੋਵੇ। ਇੱਕ ਨਵਜੋਤ ਸਿੱਧੂ ਨੇ ਪਾਰਟੀ ਦੀ ਗੱਲ ਕੀਤੀ, ਪਾਰਟੀ ਔਰ ਕਿ ਮੈਂ ਫੇਰ ਕੰਮ ਕਰੂੰਗਾ ਪੰਜਾਬ ਭਵਨ ਦੇ ਵਿੱਚ, ਪੰਜਾਬ ਕਾਂਗਰਸ ਭਵਨ ਜਾ ਕੇ, ਜਦੋਂ ਇਹ ਨਵਾਂ ਪੈਨਲ ਬਣ ਗਿਆ ਹੈ ਜੀ ਦਾ। ਇਹ ਸਵਾਲ ਖੜੇ ਹੈ ਕਿ ਪੰਜਾਬ ਕਾਂਗਰਸ ਦੀ ਜਿਹੜੀ ਆਰਗੇਨਾਈਜੇਸ਼ਨ ਹੈ, ਸੰਗਠਨ ਹੈ, ਜਥੇਬੰਦੀ ਹੈ, ਉਹਦਾ ਕੰਮ ਬੜੀ ਦੇਰ ਤੋਂ ਠੱਪ ਪਿਆ ਹੈ। ਉਹ ਕੌਣ ਕਰੇਗਾ? ਪਾਰਟੀ ਦੀ ਜਿਹੜੀਆਂ ਜਥੇਬੰਦਕ ਢਾਂਚਾ ਉਹ ਨਹੀਂ ਬਣਿਆ, ਹੇਠਾਂ ਤੱਕ ਸਾਰਾ ਭੰਗ ਹੋਇਆ, ਖਿੰਡਿਆ ਹੋਇਆ। ਤੇ ਚੋਣਾਂ ਦੇ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ। ਪਾਰਟੀ ਸਰਗਰਮੀ, ਪਾਰਟੀ ਜਥੇਬੰਦੀ ਜਿਹੜੀ ਕਿ ਜ਼ਿੰਮੇਵਾਰੀ ਨਵਜੋਤ ਸਿੱਧੂ ਦੀ ਹੈ, ਜਾਂ ਜਿਹੜੇ ਇੰਚਾਰਜ ਬਣੇ ਨੇ ਉਹਨਾਂ ਦੀ ਹੈ, ਉਹ ਕਦੋਂ ਕਰਨਗੇ, ਕਦੋਂ ਹੋਏਗੀ? ਪਾਰਟੀ ਦੀਆਂ ਜਥੇਬੰਦੀ ਕਦੋਂ ਬਣੇਗੀ, ਅਤੇ ਜਥੇਬੰਦੀ ਸਰਗਰਮੀਆਂ ਕਦੋਂ ਹੋਣਗੀਆਂ, ਪਾਰਟੀ ਐਕਟੀਵਿਟੀਜ਼ ਕਦੋਂ ਹੋਣਗੀਆਂ? ਇਹ ਅਜੇ ਸਵਾਲ ਖੜੇ ਨੇ ਕਿ ਨਵਜੋਤ ਸਿੱਧੂ ਦਾ ਜਿਹੜਾ ਧਿਆਨ ਹੈ, ਜਾਂ ਜਿਹੜਾ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਕਦੋਂ ਪੂਰੀ ਹੋਏਗੀ? ਉਹ ਤੇ ਹੇਠਾਂ ਤੱਕ ਪਾਰਟੀ ਸਰਗਰਮੀ ਤਾਂ ਕੋਈ ਹੈ ਨਹੀਂ ਇਸ ਵੇਲੇ। ਸੋ ਇਸ ਕਰਕੇ ਇਹ ਸਵਾਲ, ਜੇ ਪਾਰਟੀ ਸਰਗਰਮ ਨਹੀਂ ਹੈ, ਤੇ ਫਿਰ ਚੋਣਾਂ 'ਚ ਜਦੋਂ ਜਾਏਗੀ ਪਾਰਟੀ, ਤਾਂ ਉਹ ਬਿਨਾਂ ਆਰਗੇਨਾਈਜੇਸ਼ਨ ਤੋਂ ਕਿਵੇਂ ਲੜੇਗੀ ਚੋਣ, ਜਿਹੜੀ ਹੈ ਪਾਰਟੀ ਵਿਧਾਨ ਸਭਾ ਚੋਣ? ਤੇ ਹਰੀਸ਼ ਚੌਧਰੀ ਜਿਹੜੇ ਕਿ ਇੰਚਾਰਜ ਬਣੇ ਨੇ, ਇਹ ਉਹਨਾਂ ਦੀ ਜ਼ਿੰਮੇਵਾਰੀ ਤੇ ਉਹਨਾਂ ਦੇ ਸਵਾਲ ਵੀ ਖੜੇ ਨੇ ਕਿ ਇੱਕ ਪਾਸੇ ਜਦੋਂ ਨੈਸ਼ਨਲ ਲੈਵਲ ਤੇ ਜਿਹੜੇ ਉਹ 23 ਜਿਹੜੇ ਲੀਡਰਾਂ ਨੇ ਪਾਰਟੀ ਦੇ ਬਾਰੇ ਖੁੱਲੇ ਖੱਤ ਲਿਖੇ, ਜਾਂ ਉਸ ਨੂੰ ਮੀਡੀਆ 'ਚ ਲੈ ਕੇ ਗਏ ਪ੍ਰੈਸ ਕਰਦੇ, ਉਸ ਕਦੇ ਰਣਦੀਪ ਸੁਰਜੇਵਾਲਾ ਤੇ ਦੂਸਰੇ ਕਹਿ ਰਹੇ ਨੇ ਕਿ ਪਾਰਟੀ ਦੇ ਫੋਰਮ ਦੇ ਅੰਦਰ ਗੱਲਾਂ ਕਰਨ ਵਾਲੀਆਂ ਸੀ, ਪਾਰਟੀ ਦੇ ਅੰਦਰ ਕਿਉਂ ਨਹੀਂ ਕੀਤੀਆਂ ਗਈਆਂ?
ਨੈਸ਼ਨਲ ਲੈਵਲ ਤੇ ਉਹਨਾਂ ਦਾ ਇਹ ਸਟੈਂਡ ਹੈਗਾ ਸੀਗਾ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਦਾ ਕਿ ਉਹਨਾਂ ਨੇ ਕਿਉਂ ਬਾਹਰ ਲੈ ਗਏ, ਤੇ ਉਹ ਕੀ ਉਹ ਰੂਲ ਜਾਂ ਜਿਹੜਾ ਨਿਯਮ ਹੈ ਜਾਂ ਉਹ ਡਿਸਿਪਲਿਨ ਹੈ ਜਿਹੜਾ ਪਾਰਟੀ ਦਾ, ਉਹ ਕੀ ਸਟੇਟ ਤੇ ਲਾਗੂ ਨਹੀਂ ਹੁੰਦਾ, ਪੰਜਾਬ ਤੇ ਲਾਗੂ ਨਹੀਂ ਹੁੰਦਾ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਣੀ ਸਰਕਾਰ ਦੇ ਖਿਲਾਫ ਹੋ ਕੇ ਉਹ ਆਪਸ 'ਚ ਬੈਠ ਕੇ ਹੱਲ ਨਹੀਂ ਕਰ ਸਕਦੇ। ਤੇ ਹਰੀਸ਼ ਚੌਧਰੀ ਜਿਨ੍ਹਾਂ ਨੇ ਸਮਝੌਤਾ ਕਰਾਇਆ ਸੀ, ਸੁਲ੍ਹਾ ਕਰਾਈ ਸੀ, ਕੇਦਾਰਨਾਥ ਲੈ ਕੇ ਗਏ ਸੀ, ਤੇ ਉਹ ਹੁਣ ਕੀ ਬੋਲਣਗੇ, ਕੀ ਕਹਿਣਗੇ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕੀ ਕਹਿਣਗੇ ਵੀ ਇਹਦਾ ਜਿਹੜੀ ਆਪਸ 'ਚ ਜਿਹੜੇ ਖੁੱਲੇ ਹੋਏ ਪਏ ਇੱਕ ਦੂਜੇ ਨਾਲ। ਸੋ ਇਹ ਵੀ ਸਵਾਲ ਖੜਾ ਹੈ ਕਿ ਹਰੀਸ਼ ਚੌਧਰੀ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਵੀ ਜਵਾਬਦੇਹ ਹੈਗੇ ਨੇ ਇਸ ਬਾਰੇ, ਉਹਨਾਂ ਨੇ ਉਹ ਜਵਾਬ ਦੇਣਾ ਪੈਣਾ ਇਹਨਾਂ ਨੂੰ ਕਿ ਉਹਨਾਂ ਦੇ ਕੀ ਬਣਿਆ ਉਹਨਾਂ ਦੀਆਂ ਕੋਸ਼ਿਸ਼ਾਂ ਦਾ, ਤੇ ਹੁਣ ਫਿਰ ਉਹ ਕੀ ਕਰਨਗੇ, ਇਹ ਵੀ ਸਵਾਲ ਖੜਾ ਹੈਗਾ। ਤੇ ਜਿੱਥੇ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਲ ਹੈ, ਜਿਹੜੀ ਨਵਜੋਤ ਸਿੱਧੂ ਨੇ ਬੇਸ਼ੱਕ ਸਵਾਲ ਖੜੇ ਕੀਤੇ ਨੇ ਅਸੈਂਬਲੀ ਉਹਨਾਂ ਦੀ ਪਰਫਾਰਮੈਂਸ ਤੇ ਕਾਰਗੁਜ਼ਾਰੀ ਤੇ, ਪਰ ਪਿਛਲੇ ਸਮੇਂ 'ਚ ਜਿਹੜੇ ਫੈਸਲੇ ਕੀਤੇ ਜਾਂ ਐਲਾਨ ਕੀਤੇ ਨੇ ਚਰਨਜੀਤ ਸਿੰਘ ਚੰਨੀ ਨੇ ਜਾਂ ਉਹਨਾਂ ਦੀ ਸਰਕਾਰ ਨੇ, ਕੈਬਨਿਟ ਨੇ, ਉਹ ਕਾਫੀ ਅਹਿਮ ਨੇ ਕਈ ਉਹਨਾਂ ਦੇ ਵਿੱਚ, ਜਿਨ੍ਹਾਂ ਦਾ ਲੋਕਾਂ ਦੇ ਨਾਲ ਸੰਬੰਧਿਤ, ਆਮ ਲੋਕਾਂ ਦੇ ਮਸਲਿਆਂ ਨਾਲ ਸੰਬੰਧਿਤ ਸੀ ਜਾਂ ਆਮ ਲੋਕਾਂ ਦੇ ਸਮੱਸਿਆਵਾਂ ਨਾਲ ਸੰਬੰਧਿਤ ਸੀ, ਜਿਹੜੇ ਉਹਨਾਂ ਨੇ ਫੈਸਲੇ ਤੇ ਐਲਾਨ ਕੀਤੇ ਨੇ। ਸੋ ਉਹਨਾਂ ਨੂੰ ਕਿਵੇਂ ਨੇਗੇਟ ਕੀਤਾ ਜਾਏਗਾ ਤੇ ਹੁਣ ਉਹਨਾਂ ਦੇ ਜਿਹੜਾ ਇੰਪੈਕਟ ਕੀ ਹੈ, ਅਸਰ ਕੀ ਹੈ, ਉਹ ਤਾਂ ਅਗਲੇ ਸਮਾਂ ਹੀ ਦੱਸੇਗਾ। ਪਰ ਉਹ ਪਬਲਿਕ ਨਾਲ, ਲੋਕਾਂ ਨਾਲ ਸੰਬੰਧਿਤ ਮਸਲੇ ਸੀ। ਲਾਲ ਡੋਰੇ ਦਾ ਜਿਵੇਂ ਸੀਗਾ, ਵੈਟ ਦੇ ਜਿਹੜੇ ਕੇਸ ਖਤਮ ਕੀਤੇ, ਪੈਨਸ਼ਨ ਦੇ ਮਾਮਲੇ, ਜਾਂ ਜਿਹੜੇ ਬਿਜਲੀ ਦੇ ਬਿੱਲ ਜਿਹੜੇ ਉਹ ਮਾਫ ਕੀਤੇ ਤੇ ਬਿਜਲੀ ਦੇ ਦਰਾਂ ਘਟਾਈਆਂ, ਜਿਹਨੂੰ ਨਵਜੋਤ ਸਿੱਧੂ ਹੋਰਾਂ ਨੇ ਲੋਲੀਪੌਪ ਕਿਹਾ, ਤੇ ਨਾਲ ਹੀ ਉਹਨਾਂ ਨੇ ਇਹ ਵੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਜਿਹੜੀਆਂ ਥਰਮਲ ਪਲਾਂਟਾਂ ਦੇ ਨੋਟਿਸ ਵਗੈਰਾ ਦਿੱਤੇ ਜਿਹੜੇ PPA ਰੱਦ ਕਰਨ ਵਾਸਤੇ ਜਾਂ ਉਹਨਾਂ ਨੂੰ ਰਿਵਿਊ ਕਰਨ ਵਾਸਤੇ, ਤੇ ਉਹ ਸਾਰੇ ਜਿਹੜੇ ਮਸਲੇ ਹੈ ਉਹ ਲੋਕਾਂ ਨਾਲ ਸੰਬੰਧਿਤ ਹੈਗੇ ਸੀਗੇ। ਤੇ ਮੁੱਖ ਮੰਤਰੀ ਚੰਨੀ ਉਹ ਇਸ ਤਰ੍ਹਾਂ ਵਿਚਰ ਰਹੇ ਨੇ, ਆਪਣੇ ਆਪ ਨੂੰ ਇੱਕ ਸਧਾਰਨ ਜਿਹੜਾ ਕਾਮਨ ਮੈਨ ਦੇ ਤੌਰ ਤੇ, ਜਿਹੜੇ ਨਿਮਰ ਨੇਤਾ ਦੇ ਤੌਰ ਤੇ ਜਿਸ ਤਰ੍ਹਾਂ ਵਿਚਰ ਰਹੇ ਨੇ ਉਹ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹਰ ਮੌਕੇ ਤੇ, ਉਹਨਾਂ ਦਾ ਜਿਹੜਾ ਕੱਦ ਹੈ, ਸਿਆਸੀ ਕੱਦ, ਉਹ ਇਹਨਾਂ ਦਿਨਾਂ 'ਚ ਵੱਡਾ ਹੋਇਆ। ਨਵਜੋਤ ਸਿੱਧੂ ਮੰਨਣ ਨਾ ਮੰਨਣ, ਵੱਡਾ ਹੋਇਆ। ਤੇ ਉਹਨਾਂ ਨੇ ਕੰਟਰਾਸਟ ਦਿਖਾਇਆ ਆਪਣਾ ਕੈਪਟਨ ਅਮਰਿੰਦਰ ਸਿੰਘ ਨਾਲ, ਕਿ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਵਿਚਰਦੇ ਸੀ, ਉਹਨਾਂ ਦੇ ਨਾਲ ਕੰਟਰਾਸਟ ਦਿਖਾਉਣ ਦੀ ਕੋਸ਼ਿਸ਼ ਕੀਤੀ। ਔਰ ਆਮ ਲੋਕਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਆਪਣਾ ਜਿਹੜਾ ਅਕਸ ਹੈ ਉਹ ਪੋਜ਼ਿਟਿਵ ਅਕਸ ਛੱਡਿਆ। ਉਹਨਾਂ ਨੇ ਉਹ ਨੈਗੇਟਿਵ ਗੱਲਾਂ ਘੱਟ ਕਰਦੇ ਨੇ, ਪੋਜ਼ਿਟਿਵ ਦੀ ਗੱਲ ਕਰਦੇ ਨੇ ਮੋਸਟਲੀ। ਸੋ ਉਸ ਨੂੰ ਕੀ ਕਿਤੇ ਇਹੋ ਜਿਹਾ ਵੀ ਖਦਸ਼ਾ ਤਾਂ ਨਹੀਂ ਪੈਦਾ ਹੋ ਗਿਆ ਕਿ ਚੰਨੀ ਦਾ ਜਿਹੜੇ ਸਿਆਸੀ ਕੱਦ ਆ ਉਹ ਵੱਡਾ ਹੋ ਰਿਹਾ, ਤੇ ਜਿਸ ਤਰ੍ਹਾਂ ਦੀ ਗੁੱਡਵਿਲ ਇੱਕ ਤਰ੍ਹਾਂ ਦੀ ਉਹ ਖੱਟ ਰਹੇ ਨੇ, ਮਤਲਬ ਇਹ ਵੀ ਕਈ ਵਾਰੀ ਮਤਲਬ ਕਿਸੇ ਦੂਜੇ ਦੀ ਗੁੱਡਵਿਲ ਵੀ ਜਿਹੜੀ ਹੈ ਉਹ ਵੀ ਜਿਹੜੀ ਹੈ ਉਹ ਹਜਮ ਨਹੀਂ ਹੁੰਦੀ। ਬਹੁਤ ਸਾਰੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਇਹ ਗੱਲ ਮੁਸ਼ਕਲ 'ਚ ਪੈ ਜਾਂਦੀ ਹੈ। ਸੋ ਇਹ ਵੀ ਇੱਕ ਮਸਲਾ ਹੈਗਾ। ਤੇ ਇੱਕ ਗੱਲ ਹੋਰ ਜਿਹੜੀ ਮੈਂ ਜ਼ਰੂਰ ਕਰਨੀ ਹੈ ਕਿ ਨਵਜੋਤ ਸਿੱਧੂ ਇਹ ਦਾਅਵਾ ਕਰਦੇ ਨੇ ਬਾਰ-ਬਾਰ, ਬਹੁਤ ਵਾਰੀ, ਕਿ ਮੈਂ ਰਾਜ ਸਭਾ ਤੋਂ ਅਸਤੀਫਾ ਦਿੱਤਾ, ਤੇ ਹੋਰ ਦੱਸੋ ਕਿਸੇ ਨੇ ਅਸਤੀਫਾ ਦਿੱਤਾ? ਕਦੇ ਕਿਸੇ ਨੇ ਅਸਤੀਫਾ ਨਹੀਂ ਦਿੱਤਾ, ਨਾ ਆਪਣੀ ਛੱਡੀ ਕਿਸੇ ਨੇ ਰਾਜ ਸਭਾ, ਛੱਡਦਾ। ਮੈਂ ਨਵਜੋਤ ਸਿੱਧੂ ਹੋਰਾਂ ਨੂੰ ਥੋੜੀ ਜਿਹੀ ਬੇਨਤੀ ਕਰਨਾ ਚਾਹਣਾ, ਬੜੇ ਅੱਛੇ ਉਹ ਨੇਤਾ ਨੇ, ਸੁਲਝੇ ਨੇ, ਉਹਨਾਂ ਨੂੰ ਫੈਕਟਸ ਫਿਗਰਸ ਕਾਫੀ ਉਹਨਾਂ ਕੋਲ ਹੁੰਦੇ ਨੇ, ਸੋਲਿਡ ਉਹਨਾਂ ਦਾ ਬੋਲਦੇ ਜਦੋਂ ਨੇ, ਕੁਝ ਰੱਬੀ ਦਾਤ ਵੀ ਹੈ ਉਹਨਾਂ ਨੂੰ, ਕਿ ਉਹ ਇਸ ਗੱਲ ਨੂੰ ਤੱਥ ਚੈੱਕ ਕਰ ਲੈਣ ਕਿ ਇਸ ਤੋਂ ਪਹਿਲਾਂ ਸੰਨ 2000 ਦੇ ਵਿੱਚ ਸਰ ਬਰਜਿੰਦਰ ਸਿੰਘ ਹਮਦਰਦ, ਜਿਹੜੇ ਕਿ ਅਜੀਤ ਅਦਾਰੇ ਦੇ ਜਿਹੜੇ ਚੀਫ ਐਡੀਟਰ ਨੇ, ਮੁੱਖ ਮੈਨੇਜਿੰਗ ਐਡੀਟਰ ਵੀ ਨੇ, ਤੇ ਸਭ ਡਾਕਟਰ ਬਰਜਿੰਦਰ ਸਿੰਘ ਹਮਦਰਦ, ਉਹਨਾਂ ਨੇ ਸੰਨ 2000 ਦੇ ਵਿੱਚ ਰਾਜ ਸਭਾ ਤੋਂ ਆਪਣੀ ਟਰਮ ਪੂਰੀ ਹੋਣ ਤੋਂ 4 ਸਾਲ ਪਹਿਲਾਂ, 4.5 ਸਾਲ ਪਹਿਲਾਂ ਅਸਤੀਫਾ ਦਿੱਤਾ ਸੀ। ਮੇਰੇ ਕੋਲੇ ਪੂਰੀ ਉਹਨਾਂ ਦੀ ਡਿਟੇਲ ਹੈਗੀ ਹੈ। 20 ਮਾਰਚ 1999 ਨੂੰ ਬਰਜਿੰਦਰ ਸਿੰਘ ਹਮਦਰਦ ਆਜ਼ਾਦ ਉਮੀਦਵਾਰ ਵਜੋਂ
ਹਾਲਾਂਕਿ ਉਹਨੂੰ ਉਸ ਵੇਲੇ ਦੀ ਜਿਹੜੀ ਬਾਦਲ ਸਰਕਾਰ ਸੀ, ਅਕਾਲੀ ਸਰਕਾਰ ਸੀ, ਅਕਾਲੀ ਦਲ ਤੇ ਬੀਜੇਪੀ ਨੇ ਉਹਨੂੰ ਸਪੋਰਟ ਕੀਤੀ ਸੀ, ਪਰ ਅਨਅਪੋਜ਼ਡ, ਬਿਨਾਂ ਵਿਰੋਧ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਪੰਜਾਬ ਦੇ ਵਿੱਚੋਂ ਰਾਜ ਸਭਾ ਲਈ ਚੁਣੇ ਗਏ ਸੀ ਉਹ ਬਰਜਿੰਦਰ ਸਿੰਘ ਹਮਦਰਦ, ਜਿਹੜੇ ਕਿ ਇਸ ਵੇਲੇ ਵੀ ਤੇ ਉਸ ਵੇਲੇ ਵੀ ਚੀਫ ਐਡੀਟਰ ਸੀ ਅਜੀਤ ਦੇ। ਤੇ ਉਸ ਤੋਂ ਬਾਅਦ 25 ਮਾਰਚ 2000 ਨੂੰ ਉਹਨਾਂ ਨੇ ਆਪਣਾ ਅਸਤੀਫਾ ਰਾਜ ਸਭਾ ਦੇ ਸੈਕਟਰੀਏਟ ਨੂੰ, ਰਾਜ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਸੀ। ਕੋਈ ਪ੍ਰੈਸ਼ਰ, ਕੋਈ ਕਾਰਨ ਨਹੀਂ ਸੀ, ਕੋਈ ਇਸ ਤਰ੍ਹਾਂ ਦਾ ਨਹੀਂ ਸੀ ਕਿ ਉਹਨਾਂ ਨੂੰ ਕੰਪਲਸ਼ਨ ਸੀ ਦੇਣਾ ਪਏਗਾ। ਉਹਨਾਂ ਦੀ ਕਿਹਾ ਉਹਨਾਂ ਨੇ ਇਹ ਸੀ ਕਿ ਮੇਰੀਆਂ ਐਡੀਟਰ ਦੇ ਤੌਰ ਤੇ ਜ਼ਿੰਮੇਵਾਰੀਆਂ ਜਿਹੜੀਆਂ ਉਹ ਤੇ ਮੈਂ ਦੋਵੇਂ ਇਕੱਠੀਆਂ ਨਹੀਂ ਨਿਭਾ ਸਕਦਾ, ਇਸ ਕਰਕੇ ਮੈਂ ਅਸਤੀਫਾ ਦਿੱਤਾ, ਕਿਉਂਕਿ ਮੈਂ ਸਮਾਂ ਨਹੀਂ ਸੀ ਦੇ ਸਕਦਾ, ਕਰਕੇ ਅਸਤੀਫਾ ਦਿੱਤਾ। ਕੋਈ ਉਹਦੇ ਚ ਮਤਲਬ ਬਾਅਦ ਭਾਵੇਂ ਉਸ ਦੀ ਉਹਨਾਂ ਦੀ ਥਾਂ ਕੋਈ ਬਣਿਆ ਕੋਈ ਨਾ ਬਣਿਆ, ਇਹ ਅਲੱਗ ਗੱਲ ਹੈ, ਪਰ ਮੈਂ ਸਿਰਫ ਨਵਜੋਤ ਸਿੱਧੂ ਹੋਰਾਂ ਨੂੰ ਇੰਨੀ ਗੱਲ ਯਾਦ ਕਰਾਉਣੀ ਚਾਹਣਾ ਕਿ ਉਹ ਇਹ ਦਾਅਵਾ ਜਿਹੜਾ ਉਹਨਾਂ ਦਾ ਉਹ ਇਹ ਕਹਿ ਸਕਦੇ ਨੇ ਕਿ ਮੈਂ ਸਿਆਸੀ ਸੀਗਾ, ਮੈਂ ਆਪਣੀ ਉਹ ਛੱਡੀ ਜਬਲ, ਉਹਨਾਂ ਦੀ ਆਪਦੀ ਤਿਆਗ ਦੀ ਹਾਂ, ਆਪਣੀ ਉਸਦੀਆਂ ਉਹਤੇ ਕਿੰਤੂ ਨਹੀਂ ਮੈਂ ਕਰਦਾ, ਪਰ ਇਹ ਫੈਕਚੁਅਲੀ ਕਿ ਰਾਜ ਸਭਾ ਕਿਸੇ ਨੇ ਛੱਡੀ ਨਹੀਂ ਅੱਜ ਤੱਕ, ਇਹ ਠੀਕ ਨਹੀਂ ਹੈ। ਬਰਜਿੰਦਰ ਸਿੰਘ ਹਮਦਰਦ ਨੇ ਬਿਨਾਂ ਮੁਕਾਬਲਾ ਆਜ਼ਾਦ ਉਮੀਦਵਾਰ ਚੁਣੇ ਗਏ। ਉਹ ਬੇਸ਼ੱਕ ਉਸ ਵੇਲੇ ਦੀ ਬਾਦਲ ਸਰਕਾਰ, ਅਕਾਲੀ ਬੀਜੇਪੀ ਜਿਹੜੀ ਸੀ ਉਹਦੀ ਸਪੋਰਟ ਸੀ, ਪਰ ਹੋਰ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਸ ਵੇਲੇ, ਉਹਨਾਂ ਨੇ ਵੀ ਬਰਜਿੰਦਰ ਸਿੰਘ ਹਮਦਰਦ ਨੂੰ ਅਪੋਜ਼ ਨਹੀਂ ਕੀਤਾ ਤੇ ਉਹ ਰਾਜ ਸਭਾ ਮੈਂਬਰ ਬਣੇ, ਉੱਥੇ ਜਾਂਦੇ ਵੀ ਰਹੇ। ਪਰ ਉਹਨਾਂ ਨੂੰ ਜਦੋਂ ਲੱਗਿਆ ਕਿ ਮੇਰੀਆਂ ਐਡੀਟਰ ਦੀਆਂ ਜ਼ਿੰਮੇਵਾਰੀਆਂ ਤੇ ਉਹਨਾਂ ਦੇ ਵਿੱਚ ਕਲੈਸ਼ ਹੈਗਾ ਇਹ, ਤੇ ਉਹਦੇ ਬਾਰੇ ਹੋਰ ਵੀ ਕਈ ਲੋਕਾਂ ਨੇ ਅੰਦਾਜ਼ੇ ਜਾਂ ਮਤਲਬ ਹੋਈ ਸੀ ਉਸ ਵੇਲੇ, ਹੁੰਦੀ ਰਹੀ ਸੀ, ਪਰ ਉਹ ਗੱਲਾਂ ਵੱਖਰੀਆਂ ਨੇ। ਪਰ ਇਹ ਫੈਕਟ ਆ ਕਿ ਉਹਨਾਂ ਨੇ ਅਸਤੀਫਾ ਦਿੱਤਾ ਔਰ ਬਿਲਕੁਲ ਛੱਡ ਕੇ ਰਾਜ ਸਭਾ ਇੰਨਾ ਸਮਾਂ ਪਹਿਲਾਂ ਉਹ ਆ ਗਏ ਸੀਗੇ। ਸੋ ਇਹ ਮੈਂ ਜ਼ਰੂਰ ਉਹਨਾਂ ਨੂੰ, ਸਿੱਧੂ ਹੋਰਾਂ ਨੂੰ ਅਪੀਲ ਕਰ ਵੀ ਫੈਕਟ ਜ਼ਰੂਰ ਚੈੱਕ ਕਰ ਲੈਣ। ਇਹ ਬਾਰ-ਬਾਰ ਹੋ ਕੇ ਦਾਅਵਾ ਕਰਦੇ ਨੇ ਉਹ। ਤੇ ਨਵਜੋਤ ਸਿੱਧੂ ਦਾ ਜਿਹੜਾ ਆਪਣਾ ਸਟੈਂਡ ਉਹਨਾਂ ਮਸਲਿਆਂ ਤੇ, ਜਿਹੜੇ ਮਸਲੇ ਬਰਗਾੜੀ, ਬੇਅਦਬੀ ਤੇ ਦੋਸ਼ੀਆਂ ਤੇ, ਜਿਹੜੀ ਗੱਲ ਤੇ ਉਹ ਕਹਿੰਦੇ ਸੀ ਕਿ ਅਸੀਂ ਇਹ ਦਾਅਵਾ ਕਰਦੇ ਸੀ, ਜਿਹੜੀ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਸੀਂ ਬਗਾਵਤ ਕੀਤੀ ਜਾਂ ਉਹਨਾਂ ਦੇ ਦੋਸ਼ ਲਾਏ, ਵੀ ਉਹੀ ਉਹਨਾਂ ਮਸਲਿਆਂ ਤੇ ਅਸੀਂ ਕੁਝ ਨਹੀਂ ਕਰ ਰਹੇ। ਹੁਣ ਉਹਨਾਂ ਦਾ ਕਹਿਣ ਤੋਂ ਭਾਵ ਇਹ ਹੈ, ਹੁਣ ਇਹ ਜ਼ਿੰਮੇਵਾਰੀ ਚੰਨੀ ਸਰਕਾਰ ਦੀ ਹੈ ਤੇ ਉਹਨਾਂ ਦੇ ਸਾਥੀਆਂ ਦੀ, ਕੈਬਨਿਟ ਦੀ ਹੈ। ਕਿ ਨਵਜੋਤ ਸਿੱਧੂ ਨੇ ਜਿਹੜਾ ਸਵਾਲ ਕੀਤਾ, ਦੱਸੋ 40 ਦਿਨਾਂ 'ਚ ਕੀ ਕੀਤਾ, ਤੇ ਕੁੱਲ 90 ਦਿਨ ਹੈਗੇ, ਤੇ ਉਹ ਜ਼ਿੰਮੇਵਾਰੀ ਉਹਨਾਂ ਦੀ ਹੈ ਵੀ ਜਵਾਬ ਦੇਣ, ਦੱਸਣ। ਤੇ ਪਰ ਇਹਦਾ ਜਿਹੜਾ ਅੱਜ ਜੋ ਕੁਛ ਜਿਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ, ਉਹਦਾ ਸਾਫ਼ ਮਤਲਬ ਇਹ ਹੈ ਕਿ ਸਭ ਅੱਛਾ ਨਹੀਂ ਹੈ, ਆਪਸ 'ਚ ਸੁਰ ਨਹੀਂ ਹੈਗੀ। ਕੇਦਾਰਨਾਥ ਦਾ ਵੀ ਜਿਹੜਾ ਦੌਰਾ, ਵੀ ਜਿਹੜਾ ਕੇਦਾਰਨਾਥ ਦੀ ਜਿਹੜੀ ਗੁਰਧਾਮ ਯਾਤਰਾ, ਉਹ ਵੀ ਕੰਮ ਨਹੀਂ ਆਈ। ਤੇ ਅਗਲੇ ਦਿਨਾਂ 'ਚ ਇਹਦਾ, ਇਸ ਗੱਲ ਦਾ ਸੰਕੇਤ ਜਿਹੜਾ ਮਿਲ ਰਿਹਾ ਹੈ ਕਿ ਅਗਲੇ ਦਿਨਾਂ 'ਚ ਵੀ ਇਹ ਜਿਹੜਾ ਕਾਂਗਰਸ ਪਾਰਟੀ ਦੇ ਅੰਦਰ ਜਿਹੜਾ ਕਲਾ ਕਲੇਸ਼ ਜਿਹੜਾ ਸ਼ੁਰੂ ਹੋਇਆ ਸੀਗਾ ਪਿਛਲੇ ਕਈ ਮਹੀਨੇ ਪਹਿਲਾਂ, ਉਹ ਅਗਲੇ ਦਿਨਾਂ 'ਚ ਵੀ ਛੇਤੀ ਖਤਮ ਹੋਣ ਵਾਲਾ ਨਹੀਂ ਹੈਗਾ। ਇਸ ਤਰ੍ਹਾਂ ਦੇ ਸੰਕੇਤ ਮਿਲਦੇ ਨੇ, ਮਿਲ ਰਹੇ ਨੇ, ਤੇ ਜਿਹਦਾ ਅਸਰ ਪੰਜਾਬ ਦੀ ਸਿਆਸਤ ਤੇ, ਪੰਜਾਬ ਦੀ ਅਗਲੀਆਂ 2022 ਦੀਆਂ ਚੋਣਾਂ ਤੇ ਉਸ ਦੂਜੇ ਪਾਸੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਦਾ ਐਲਾਨ ਕਰ ਚੁੱਕੇ ਨੇ, ਉਹ ਕਿੰਨਾ ਕੁ ਜੇ ਇੰਪੈਕਟ ਅਸਰ ਪਾਉਂਦੇ ਨੇ, ਕਿਹੋ ਜਿਹੀ ਪਾਰਟੀ ਬਣਦੀ ਹੈ, ਕਿਹਦੇ ਨਾਲ ਲਾਈ ਕਰਦੇ ਨੇ, ਕੀ ਕਰਦੇ ਨੇ, ਉਹ ਬਹੁਤ ਅਜੇ ਕੁਝ ਸਪਸ਼ਟ ਨਹੀਂ ਹੈ, ਕੁਝ ਅਜੇ ਸਭ ਕੁਝ ਧੁੰਦਲਾ ਹੈ। ਤੇ ਪਰ ਇੱਕ ਗੱਲ ਪੱਕੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਵੀ ਇਸ ਵੇਲੇ ਅੱਜ ਬੈਠੇ ਬਾਹਰ ਤਾੜੀਆਂ ਮਾਰ ਰਹੇ ਹੋਣਗੇ, ਖੁਸ਼ ਹੋ ਰਹੇ ਹੋਣਗੇ ਵੀ ਜਿਹੜੇ ਇਹ ਮੇਰੇ ਖਿਲਾਫ ਇਕੱਠੇ ਹੋਣ ਨੂੰ ਫਿਰਦੇ ਸੀ, ਉਹ ਆਪਸ 'ਚ ਲੜੀ ਜਾ ਰਹੇ ਨੇ। ਸੋ ਇਸ ਕਰਕੇ ਉਹ ਵੀ ਬੈਠੇ ਬੜੇ ਖੁਸ਼ ਹੋ ਰਹੇ ਹੋਣਗੇ। ਤੇ ਅਗਲੇ ਦਿਨਾਂ 'ਚ ਕੀ ਹੋਏਗਾ, ਕਿਵੇਂ ਇਹਦਾ ਜਵਾਬ ਕੀ ਮਿਲੇਗਾ, ਹਰੀਸ਼ ਚੌਧਰੀ ਕੀ ਕਰਨਗੇ, ਕਾਂਗਰਸ ਹਾਈ ਕਮਾਂਡ ਇਸ ਨੂੰ ਅੱਜ ਦੀ ਪ੍ਰੈਸ ਕਿਵੇਂ ਲਏਗੀ, ਇਹ ਅਜੇ ਅਗਲੇ ਸਵਾਲ ਖੜੇ ਨੇ। ਇਹਦਾ ਦੇਖਣਾ ਹੈ ਕਿ ਅਗਲੇ ਦਿਨਾਂ 'ਚ ਕਿੱਧਰ ਨੂੰ ਰੁੱਖ, ਹਵਾ ਦਾ ਰੁੱਖ ਕਿੱਧਰ ਨੂੰ ਹੋਏਗਾ। ਪਰ ਇੱਕ ਗੱਲ ਪੱਕੀ ਹੈ ਕਿ ਇਹ ਆਪਸ ਜਿਹੜੀਆਂ ਤਰੇੜਾਂ ਪਈਆਂ ਨੇ, ਉਹ ਦੂਰ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ। ਬਹੁਤ ਮਿਹਰਬਾਨੀ, ਸ਼ੁਕਰੀਆ।